ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਆਵਰ ਨ ਜੀਵੈ ਕੋਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਆਵਰ ਨ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ। ਨਾਨਕ ਠਗਿਆ ਮੁਠਾ ਜਾਏ, ਵਿਣ ਨਾਵੇਂ ਪਤ ਗਿਆ ਗਵਾਏ। ਨਾਨਕ ਠਗਿਆ ਮੁਠਾ ਜਾਏ, ਵਿਣ ਨਾਵੇਂ ਪਤ ਗਿਆ ਗਵਾਏ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਨੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕਰਕੇ ਜੋ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਇਹ ਕੀਤਾ ਹੈ, ਜੋ ਅੰਮ੍ਰਿਤ ਬਾਣੀ ਦੀ ਦਾਤ, ਇਹ ਇੱਕ ਅਮੋਲਕ ਖਜ਼ਾਨਾ, ਇਹ ਇੱਕ ਅੰਮ੍ਰਿਤ ਦਾ ਸੋਮਾ, ਇਹ ਇੱਕ ਦੈਵੀ ਚਾਨਣ, ਇਹ ਇੱਕ ਸਾਰੇ ਦੁੱਖਾਂ ਦਾ ਦਾਰੂ ਧੁਰ ਕੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਧੁਰ ਕੀ ਬਾਣੀ ਇੱਕ ਜੀਵਨ ਜੁਗਤ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਜਦੋਂ ਅਸੀਂ ਪੂਰੇ ਸਤਿਗੁਰੂ ਦੇ ਨਾਲ ਮਿਲਦੇ ਹਾਂ ਤੇ ਨਾਲ ਹੀ ਪੂਰੇ ਗੁਰੂ ਦੀ ਪੂਰਨ ਜੀਵਨ ਜੁਗਤ ਨੂੰ ਹਾਸਲ ਕਰ ਲੈਂਦੇ ਹਾਂ, ਉਹਦੇ ਅਨੁਸਾਰ ਆਪਣਾ ਜੀਵਨ ਜਿਉਣਾ ਸਿੱਖ ਲੈਂਦੇ ਹਾਂ। ਹਜ਼ੂਰ ਕਹਿੰਦੇ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਇਹ ਸਾਰੇ ਹੀ ਸੰਸਾਰ ਦੇ ਸੁੱਖ ਮਾਣਦਿਆਂ ਹੋਇਆਂ ਵਿੱਚੇ ਹੋਵੇ ਮੁਕਤ। ਅਸੀਂ ਵਿੱਚੇ ਹੀ ਮੁਕਤ ਹੋ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਐਸਾ ਮਾਰਗ ਬਖਸ਼ਿਸ਼ ਕੀਤਾ ਹੈ, ਇਹਨੂੰ ਕੁਛ ਤਿਆਗਣ ਦੇ ਲਈ ਨਹੀਂ ਆਖਿਆ,
बल्कि सतगुरु महाराज ने ये शिक्षा बख्शी है। सतगुर की ऐसी वडियाई पुत्र कलतर विचे गत पाई। गुरसिखा तू छड्डना कुछ नहीं। गुरु दी बख्शी जुगत नूं अपनाउणा है। गुरु दी बख्शी जुगत नूं अपना के तू संसार विच विचरदियां होयां परिवारक फर्ज निभाउंदियां होयां गुरबाणी नाल जुड़ना है, नाम दे नाल जुड़ना है। जैसे जल में कवल निरालम मुरगाई न साणे, इस अवस्था नूं प्राप्त करना है। ते जेड़ा गुरसिख माई पाई इस अवस्था नूं प्राप्त कर लैंदा है। कह नानक गुर प्रसादी जिन्ना लिव लागी तिन्ने विचे माया पाया। ਉਹ ਮਾਇਆ ਵਿੱਚ ਰਹਿ ਕੇ ਵੀ ਸੰਸਾਰ ਵਿੱਚ ਰਹਿ ਕੇ ਵੀ ਪਦਾਰਥਾਂ ਦੇ ਵਿੱਚ ਰਹਿ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ, ਮਹਾਰਾਜ ਆ ਜੋ ਜੀਵਨ ਮਿਲਿਆ ਹੈ, ਬਹੁਤੇ ਲੋਕ ਇਹ ਕਹਿੰਦੇ ਨੇ ਇਹ ਐਸ਼ੋ ਇਸ਼ਰਤ ਕਰਨ ਵਾਸਤੇ ਮਿਲਿਆ ਹੈ, ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਸ ਲਈ ਇਹਦਾ ਪੂਰਾ ਲੁਤਫ ਉਠਾਉਣਾ ਚਾਹੀਦਾ ਹੈ। ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਇਹ ਐਸਾ ਮਨਮੁਖਾਂ ਦਾ ਕਥਨ ਹੈ। ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਅਸਲੀ ਸਫਲ ਜੀਵਨ ਦਾ ਢੰਗ ਤਰੀਕਾ ਕੀ ਹੈ ਉਹਦੇ ਬਾਰੇ ਸਾਨੂੰ ਚਾਨਣਾ ਪਾ ਰਹੇ ਹਨ। ਤੇ ਜਿਸ ਢੰਗ ਦੇ ਨਾਲ ਅਸੀਂ ਜੀਵਨ ਬਸਰ ਕਰਨਾ ਚਾਹੁੰਦੇ ਹਾਂ ਤੇ ਕਰ ਰਹੇ ਹਾਂ, ਉਹ ਤਰੀਕਾ ਸਤਿਗੁਰੂ ਗਲਤ ਬਿਆਨ ਕਰ ਰਹੇ ਹਨ। ਲੋ ਆਪ ਸੰਗਤਾਂ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। महला पहला सलोक। सो जीविया जिस मन वसिया सोए। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਸ਼ਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਥੇ ਮਹੱਲਾ ਪਹਿਲਾ ਸ਼ਲੋਕ ਤੋਂ ਪਹਿਲਾਂ ਮਹੱਲਾ ਪਹਿਲਾ ਲਿਖਿਆ ਹੈ। ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਵੈਸੇ ਸ਼ਲੋਕ ਮਹੱਲਾ ਪਹਿਲਾ ਇਸ ਤਰ੍ਹਾਂ ਸਿਰ ਲੇਖ ਆਉਂਦੇ ਹਨ, ਪਰ ਇੱਥੇ ਮਹੱਲਾ ਪਹਿਲਾ ਸ਼ਲੋਕ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਸਿਰ ਲੇਖ ਲਿਖਿਆ ਹੈ। ਹਜ਼ੂਰ ਫਰਮਾਉਂਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੋ ਜੀਵਿਆ ਉਹੀ ਅਸਲੀ ਸਫਲ ਜੀਵਨ ਜੀਵਿਆ ਹੈ। ਭਾਵ ਸਹੀ ਢੰਗ ਦੇ ਨਾਲ ਉਸ ਮਨੁੱਖ ਨੇ ਆਪਣਾ ਜੀਵਨ ਜੀਵਿਆ ਹੈ। ਜਿਸ ਮਨ ਵਸਿਆ ਸੋਏ, ਜਿਸ ਦੇ ਮਨ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ। ਅਸਲੀ ਸਫਰ ਜੀਵਨ, ਅਸਲੀ ਸੱਚਾ ਸੁੱਚਾ ਜੀਵਨ ਉਸ ਵਿਅਕਤੀ ਦਾ ਹੈ ਜਿਸ ਦੇ ਮਨ ਦੇ ਵਿੱਚ ਉਹ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹਨ, ਜਿਸ ਮਨੁੱਖ ਦੇ ਅੰਦਰ ਰੱਬੀ ਯਾਦ ਨਹੀਂ, ਪ੍ਰਭੂ ਦਾ ਸਿਮਰਨ ਨਹੀਂ, ਉਸ ਦਾ ਜੀਵਨ ਕਿਸੇ ਲੇਖੇ ਵਿੱਚ ਨਹੀਂ ਹੈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਲਿਖਿਆ ਹੈ, ਖੁਸ਼ ਬਵਦ ਉਮਰ ਦਰਜਾਦ ਬੇਗੁਜ਼ਰਦ ਵਗਰਨਾ ਚੇ ਹਾਸਲ ਅਸਤ ਗੁੰਬਦੇ ਕਬੂਦ ਮਰਾ।
ਇਸ ਦਾ ਮਤਲਬ ਹੈ ਉਮਰ ਸਾਈ ਵਿੱਚ ਲਿਖੇ ਦੇ ਜੋ ਯਾਦ ਸਾਈਂ ਦੀ ਗੁਦਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸ਼ਾਮ ਤੇ ਫਜਰੇ। ਇਸ ਮਨੁੱਖੀ ਜੀਵਨ ਦਾ ਅਸਲੀ ਲਾਭ ਇਹ ਹੈ ਕਿ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਫਲ ਜੀਵਨ ਦੇ ਬਾਰੇ ਬਚਪਨ ਅਵਸਥਾ ਦੇ ਅੰਦਰ ਹੀ ਮਾਤਾ ਤ੍ਰਿਪਤਾ ਜੀ ਨੂੰ ਉਪਦੇਸ਼ ਦਿੱਤਾ ਸੀ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ, ਜੇ ਮੈਂ ਵਾਹਿਗੁਰੂ ਦੇ ਨਾਮ ਨੂੰ ਆਖਦਾ ਹਾਂ ਤਾਂ ਮੈਨੂੰ ਜੀਵਨ ਪ੍ਰਾਪਤ ਹੁੰਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਵਾਹਿਗੁਰੂ ਦੀ ਯਾਦ ਹੀ ਅਸਲੀ ਸਫਲ ਜੀਵਨ ਹੈ। ਜੇ ਵਾਹਿਗੁਰੂ ਦੀ ਯਾਦ ਨਹੀਂ, ਪ੍ਰਭੂ ਦਾ ਪਿਆਰ ਨਹੀਂ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਜੀਵਨ ਨੂੰ ਜੀਵਨ ਨਹੀਂ ਸਮਝਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਵਾਹਿਗੁਰੂ ਦੀ ਪ੍ਰੀਤੀ, ਉਸ ਦੀ ਯਾਦ, ਉਸ ਦਾ ਪਿਆਰ ਸਾਡੇ ਮਨ ਵਿੱਚ ਨਹੀਂ, ਹੋਰ ਚਾਹੇ ਕਿੰਨੀਆਂ ਵੀ ਸੰਸਾਰਕ ਖੂਬੀਆਂ ਸਾਡੇ ਵਿੱਚ ਹੋਣ, ਅਤ ਸੁੰਦਰ, ਬਹੁਤ ਸੁੰਦਰ ਵੀ ਹੋਵੇ, ਖੂਬਸੂਰਤ ਵੀ ਹੋਵੇ, ਕੁਲੀਨ, ਚੰਗੀ ਕੋਲ, ਚੰਗੇ ਖਾਨਦਾਨ ਨਾਲ ਵੀ ਸੰਬੰਧਿਤ ਹੋਵੇ, ਇਹ ਵੀ ਇੱਕ ਵੱਡੀ ਗੱਲ ਸਮਝੀ ਜਾਂਦੀ ਹੈ ਵੀ ਫਲਾਣੇ ਦਾ ਖਾਨਦਾਨ ਬੜਾ ਅੱਛਾ ਹੈ, ਉਹਦੀ ਕੋਲ ਬੜੀ ਉੱਚੀ ਹੈ। ਪਰ ਹਜ਼ੂਰ ਕਹਿੰਦੇ ਇਹ ਸੰਸਾਰਕ ਜਿਹੜੀਆਂ ਗੱਲਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ। ਅਤ ਸੁੰਦਰ ਕੁਲੀਨ ਚਤਰ, ਤੇ ਗੱਲਬਾਤ ਕਰਨ ਦੇ ਵਿੱਚ ਵੀ ਬੜਾ ਚਤਰ ਹੋਵੇ, ਮਾਹਰ ਹੋਵੇ, ਐਨ ਮੌਕੇ ਤੇ ਗੱਲ ਕਰਨੀ ਆਉਂਦੀ ਹੋਵੇ, ਇਹ ਵੀ ਇੱਕ ਵੱਡਾ ਗੁਣ ਸਮਝਿਆ ਜਾਂਦਾ ਹੈ। ਮੁੱਖ ਗਿਆਨੀ ਧਨਵੰਤ, ਤੇ ਆਪਣੇ ਮੁਖ ਤੋਂ ਲੋਕਾਂ ਨੂੰ ਗਿਆਨ ਧਿਆਨ ਵੀ ਸੁਣਾਉਂਦਾ ਹੋਵੇ, ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ। ਧਨਵੰਤ, ਪੰਜਵੇਂ ਨੰਬਰ ਤੇ ਸਤਿਗੁਰੂ ਕਹਿੰਦੇ ਧਨਵਾਨ ਵੀ ਹੋਵੇ, ਭਾਵ ਉਹਦੇ ਪਾਸ ਮਾਇਆ ਵੀ ਬੇਅੰਤ ਹੋਵੇ। ਹਜ਼ੂਰ ਅੱਗੇ ਰਿਜ਼ਲਟ ਇਹ ਕੱਢਦੇ ਹਨ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਵਾਹਿਗੁਰੂ ਦਾ ਪਿਆਰ ਨਹੀਂ ਮਨ ਦੇ ਅੰਦਰ, ਤੇ ਉਹ ਜਿਹੜਾ ਮਨੁੱਖ ਹੈ ਇੱਕ ਮੁਰਦੇ ਦੇ ਸਮਾਨ ਹੈ। ਮਿਰਤਕ ਕਹੀਐ ਨਾਨਕਾ, ਉਸ ਨੂੰ ਮੁਰਦਾ ਹੀ ਕਹਿਣਾ ਪਵੇਗਾ, ਉਸ ਨੂੰ ਮਰਿਆ ਹੀ ਕਹਿਣਾ ਪਵੇਗਾ, ਕਿਉਂਕਿ ਅਸਲੀ ਜੀਵਨ ਹੀ ਵਾਹਿਗੁਰੂ ਦੀ ਯਾਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸੋਂ ਪੁੱਛਿਆ ਸੀ, ਮਹਾਰਾਜ ਅਸਲੀ ਸਫਲ ਜੀਵਨ ਤੇ ਮੌਤ ਕਿਸ ਨੂੰ ਆਖਦੇ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਮਰਣੰ ਬਿਸਰਣੰ ਗੋਬਿੰਦਾ ਹੈ, ਜੀਵਨੰ ਹਰ ਨਾਮ ਤੇ ਆਵਨ ਹੈ। ਵਾਹਿਗੁਰੂ ਨੂੰ ਭੁੱਲ ਜਾਣਾ ਹੀ ਇੱਕ ਮੌਤ ਹੈ, ਤੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੀ ਸਫਲ ਜੀਵਨ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਗੱਲ ਸਮਝਾ ਰਹੇ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਸਾਡੇ ਜੀਵਨ ਦਾ ਮਨੋਰਥ ਹੀ ਇਹ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇ ਸੰਜਰੀਆ। ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ, ਅਸਲੀ ਉਹਦਾ ਹੀ ਜੀਵਨ ਜੀਵਿਆ ਹੋਇਆ ਸਫਲ ਹੈ। ਨਾਨਕ ਅਵਰ ਨਾ ਜੀਵੈ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਦੁਨੀਆ ਦੇ ਲੋਗੋ, ਸਾਡੇ ਖਿਆਲ ਵਿੱਚ, ਸਾਡੀ ਦ੍ਰਿਸ਼ਟੀ ਵਿੱਚ ਹੋਰ ਕੋਈ ਵੀ ਮਨੁੱਖ ਜਿਉਂਦਾ ਨਹੀਂ ਹੈ, ਸਾਰੇ ਮੁਰਦੇ ਨੇ। ਸਾਰੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਉਹ ਮੁਰਦੇ ਨੇ, ਸਾਨੂੰ ਹੋਰ ਕੋਈ ਜਿਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ। ਜੇ ਜੀਵੈ ਪਤ ਲਥੀ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ, ਜਿਹੜੇ ਇਹ ਸਮਝਦੇ ਨੇ ਵੀ ਇਸ ਦੁਨੀਆ ਦੇ ਵਿੱਚ
ਅਸੀਂ ਤੇ ਐਸ਼ ਕਰਨੀ ਹੈ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਖਾਓ ਪੀਓ ਮੌਜਾਂ ਮਾਣੋ, ਇਹ ਉਹਨਾਂ ਦਾ ਜੀਵਨ ਦਾ ਉਦੇਸ਼ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਂਦੇ ਹਨ, ਜੇ ਤੁਸਾਂ ਸੁਖ ਭੋਗਣਾ ਹੀ ਹੈ, ਜੇ ਤੁਸੀਂ ਸੰਸਾਰੋਂ ਖੁਸ਼ੀਆਂ ਮਾਣਨੀਆਂ ਹੀ ਹਨ, ਤਾਂ ਉਹਨਾਂ ਨੂੰ ਗੁਰਮਤਿ ਮਰਜ਼ਾਦਾ ਦੇ ਅਨੁਸਾਰ ਹੀ ਮਾਣਿਆ ਜਾ ਸਕਦਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਸੰਧਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਪਰ ਜੇ ਅਸੀਂ ਸਿੱਖੀ ਦੀ ਰਹਿਤ ਮਰਜ਼ਾਦਾ ਜੀਵਨ ਜੁਗਤ ਨੂੰ ਛੱਡ ਕੇ ਅਸੀਂ ਗਲਤ ਰਸਤਾ ਅਖਤਿਆਰ ਕਰ ਲੈਨੇ ਹਾਂ, ਤਾਂ ਹਜ਼ੂਰ ਕਹਿੰਦੇ ਜੇ ਜੀਵੈ, ਜਿਹੜਾ ਸਿਮਰਨ ਤੋਂ ਬਿਨਾਂ ਮਰਜ਼ਾਦਾ ਤੋਂ ਬਿਨਾਂ ਜੀਵਨ ਜਿਉਣਾ ਹੈ, ਪਤ ਲੱਥੀ ਜਾਏ। ਇਹਦੇ ਨਾਲ ਤੇ ਮਨੁੱਖ ਦੀ ਪਤ ਲੈ ਜਾਂਦੀ ਹੈ, ਇੱਜ਼ਤ ਆਬਰੋ ਖਤਮ ਹੋ ਜਾਂਦੀ ਹੈ। ਜਿਹੜੇ ਮਨੁੱਖ ਬਹੁਤੇ ਹੀ ਐਬੀ ਤੇ ਵਿਸ਼ਈ ਹੋ ਜਾਂਦੇ ਨੇ, ਉਹਨਾਂ ਦੀ ਪਤ ਕਿੱਥੇ ਮਹਿਫੂਜ਼ ਰਹਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਸਿੱਖੀ ਰਹਿਤ ਮਰਜ਼ਾਦਾ ਨੂੰ ਛੱਡ ਕੇ, ਪ੍ਰਭੂ ਦੇ ਸਿਮਰਨ ਨੂੰ ਛੱਡ ਕੇ ਜੋ ਵੀ ਮਨੁੱਖ ਜਿਉਂਦਾ ਹੈ, ਉਹਦੀ ਜਿਉਂਦੇ ਜੀਵੀ ਪਤ ਲੱਥੀ ਇੱਥੇ ਪਤ ਲੈਂਦੀ ਹੈ। ਤੇ ਜਾਏ ਜਦੋਂ ਅੱਗੇ ਪਰਲੋਕ ਨੂੰ ਜਾਂਦਾ ਹੈ, ਉੱਥੇ ਵੀ ਜਮਾਂ ਦੇ ਵਸ ਪੈਂਦਾ, ਉੱਥੇ ਜਾ ਕੇ ਵੀ ਉਹਦੀ ਇੱਜ਼ਤ ਅਬਰੋ ਖਤਮ ਹੋ ਜਾਂਦੀ ਹੈ। ਸਭ ਹਰਾਮ ਜੇ ਤਾ ਕਿਛ ਖਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ, ਜਿੰਨਾ ਕੁਛ ਵੀ ਖਾਂਦਾ ਹੈ ਉਹ ਸਾਰਾ ਹੀ ਹਰਾਮ ਹੈ। ਉਹ ਕਿਉਂ ਹਰਾਮ ਹੈ? ਜੇ ਉਸ ਦਾਤੇ ਨੂੰ ਯਾਦ ਨਹੀਂ ਕਰਦਾ ਜਿਸ ਨੇ ਸਭ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਤੇ ਫਿਰ ਉਹਦਾ ਖਾਧਾ ਸਾਰਾ ਹੀ ਹਰਾਮ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਆਖਿਆ, ਗੁਰਸਿੱਖਾ, ਜਦੋਂ ਵੀ ਭੋਜਨ ਛਕਣਾ ਹੈ, ਉਸ ਵੇਲੇ ਪਰਮੇਸ਼ਰ ਦਾ ਨਾਮ ਲੈਣਾ ਜਾਂ ਕੋਈ ਬਾਣੀ ਦਾ ਸ਼ਬਦ ਪੜ੍ਹਨਾ। ਛਕਣ ਤੋਂ ਬਾਅਦ ਵੀ ਸ਼ੁਕਰਾਨਾ ਕਰਨਾ। ਇਹ ਸਿੱਖੀ ਦੀ ਮਰਜ਼ਾਦਾ ਹੈ। ਭੋਜਨ ਛਕਣ ਤੋਂ ਪਹਿਲਾਂ ਵੀ ਰੱਬ ਦਾ ਨਾਂ ਲਓ, ਮੂਲ ਮੰਤਰ ਪੜ੍ਹੋ, ਕੋਈ ਸ਼ਲੋਕ ਪੜ੍ਹੋ। ਦੂਸਰੇ ਨੰਬਰ ਤੇ ਫਿਰ ਤੁਸੀਂ ਪਰਮੇਸ਼ਰ ਦਾ ਨਾਮ ਲਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਬਈ ਜੇ ਅਸੀਂ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਿੰਨਾ ਵੀ ਕੁਛ ਖਾਂਦੇ ਹਾਂ, ਉਹ ਸਾਰਾ ਹੀ ਹਰਾਮ ਹੈ। ਭਾਵ ਸਾਡੇ ਲਈ ਉਹ ਸਾਰਾ ਹੀ ਨੁਕਸਾਨਦੇਹ ਹੈ। ਰਾਜ ਰੰਗ ਮਾਲ ਰੰਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਨੇ, ਰਾਜ ਰੰਗ, ਉਹਨਾਂ ਦਾ ਰਾਜ ਦੇ ਨਾਲ ਰੰਗ ਦਾ ਅਰਥ ਹੈ ਪ੍ਰੇਮ ਹੁੰਦਾ। ਉਹ ਰਾਜ ਦੇ ਨਾਲ ਪ੍ਰੇਮ ਕਰਦੇ ਨੇ। ਆ ਜਿਹੜੇ ਦੁਨੀਆ ਦੇ ਰਾਜੇ ਨੇ, ਹੁਕਮਰਾਨ ਨੇ, ਤੇ ਉਹ ਰਾਜ ਪ੍ਰਾਪਤੀ ਲਈ ਕੀ ਕੁਛ ਕਰਦੇ ਨੇ, ਦੇਖਣ ਵਾਲੀ ਗੱਲ ਹੁੰਦੀ ਹੈ। ਕਿਵੇਂ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ, ਕਿਵੇਂ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਨੇ, ਕਿਵੇਂ ਨਸ਼ਿਆਂ ਵਿਸ਼ਿਆਂ ਦਾ ਪ੍ਰਯੋਗ ਕਰਦੇ ਨੇ, ਕਿਵੇਂ ਗਲਤ ਕੰਮ ਕਰਕੇ ਉਹ ਲੋਕਾਂ ਨੂੰ ਮਗਰ ਲਾਉਂਦੇ ਨੇ। ਰਾਜ ਰੰਗ ਇਹ ਮਨਮੁਖਾਂ ਦਾ ਕੰਮ ਹੈ, ਜਿਹੜੇ ਗੁਰੂ ਤੋਂ ਦੂਰ ਚਲੇ ਗਏ ਨੇ, ਉਹਨਾਂ ਲੋਕਾਂ ਦਾ ਕੰਮ ਹੈ ਰਾਜ ਰੰਗ। ਉਹਨਾਂ ਦਾ ਰਾਜ ਦੇ ਨਾਲ ਰੰਗ ਪ੍ਰੇਮ ਹੁੰਦਾ ਹੈ। ਦੂਸਰੇ ਨੰਬਰ ਤੇ ਮਾਲ ਰੰਗ, ਜਿਹੜਾ ਮਾਲ ਅਸਬਾਬ ਹੈ, ਧਨ ਦੌਲਤ ਹੈ, ਇਹਦੇ ਨਾਲ ਉਹਨਾਂ ਦਾ ਮੋਹ ਹੁੰਦਾ ਹੈ। ਰੰਗ ਰਤਾ ਨੱਚੈ ਨੰਗ। ਅਗਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨੰਗ ਦਾ ਅਰਥ ਹੈ ਜਿਹੜਾ ਬੇਸ਼ਰਮ, ਨਿਰਲੱਜ, ਬੇਹਿਆ ਇਹੋ ਜਿਹਾ ਮਨੁੱਖ ਹੈ। ਉਹ ਸ਼ਰਾਬ ਦੇ ਨਸ਼ਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਨੱਚੈ ਨੰਗ, ਨੰਗਾ ਹੋ ਕੇ ਵੀ ਨੱਚਣ ਲੱਗ ਜਾਂਦਾ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਬਹੁਤੇ ਚੂਰ ਹੋ ਜਾਂਦੇ ਨੇ, ਫਿਰ ਉਹਨਾਂ ਦੀ ਸ਼ਰਮ ਹਜਾ ਵੀ ਖਤਮ ਹੋ ਜਾਂਦੀ ਹੈ। ਨੰਗੇ ਹੋ ਕੇ ਨੱਚਣ ਲੱਗ ਪੈਂਦੇ ਨੇ। ਇਹ ਐਸੇ ਸਾਖਤਾਂ ਦਾ, ਮਨਮੁਖਾਂ ਦਾ ਸਮਾਚਾਰ ਸਤਿਗੁਰੂ ਬਿਆਨ ਕਰਦੇ ਨੇ, ਜਿਹੜੇ ਇਹ ਕਹਿੰਦੇ ਨੇ, ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਗੁਰੂ ਮਹਾਰਾਜ ਕਹਿੰਦੇ, ਕੁਛ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਮੋਹ ਪਿਆਰ ਕਰਦੇ ਨੇ।
ਰਾਜ ਦੇ ਨਾਲ ਮੋਹ ਪਿਆਰ ਕਰਦੇ ਨੇ, ਮਾਲ ਦੇ ਨਾਲ ਵੀ ਰੰਗ ਮੋਹ ਪਿਆਰ ਕਰਦੇ ਹਨ। ਨਾਨਕ ਠਗਿਆ ਮੁਠਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਨਸ਼ਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਸਾਕਤ ਪੁਰਸ਼ ਨੰਗਾ ਹੋ ਕੇ ਨੱਚਦਾ ਹੈ, ਬੇਸ਼ਰਮ ਹੋ ਕੇ ਨੱਚਦਾ ਹੈ। ਧੀਆਂ ਭੈਣਾਂ ਦੀ ਵੀ ਕੋਈ ਸਾਂਝ ਨਹੀਂ ਉਹ ਸਮਝਦਾ। ਇਸ ਤਰ੍ਹਾਂ ਦੀ ਹਾਲਤ ਵਿੱਚ, ਸ਼ਰਾਬੀ ਹਾਲਤ ਦੇ ਵਿੱਚ ਉਹ ਨੰਗਾ ਹੋ ਕੇ ਨੱਚਦਾ ਹੈ। ਨਾਨਕ ਠੱਗਿਆ ਮੁੱਠਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਮਨੁੱਖ ਹੈ ਉਹ ਤੇ ਠੱਗਿਆ ਹੋਇਆ ਤੇ ਮੁੱਠਾ ਦਾ ਅਰਥ ਲੁੱਟਿਆ ਹੋਇਆ ਇੱਥੋਂ ਜਾਂਦਾ ਹੈ। ਬਿਨ ਨਾਮੈ ਪਤ ਗਿਆ ਗਵਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਨਾਮ ਤੋਂ ਬਿਨਾਂ ਆਪਣੀ ਸਾਰੀ ਇੱਜ਼ਤ ਗਵਾ ਕੇ ਪਰਲੋਕ ਨੂੰ ਗਿਆ। ਇਹਦਾ ਮਤਲਬ ਇਹ ਹੈ ਸਫਲ ਜੀਵਨ ਉਹਨਾਂ ਦਾ ਹੈ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਨਾਮ ਤੋਂ ਬਿਨਾਂ ਅਸੀਂ ਜਿੰਨੀ ਵੀ ਐਸ਼ੋ ਇਸ਼ਰਤ ਕਰਦੇ ਹਾਂ, ਜਿੰਨੇ ਵੀ ਸੰਸਾਰ ਦੇ ਵਿਸ਼ਿਆਂ ਦੇ ਸੁੱਖ ਭੋਗਦੇ ਹਾਂ, ਉਹ ਸਾਰਾ ਬਦਨਾਮੀ ਦਾ ਤੇ ਨਾਲ ਹੀ ਸਾਡੀ ਖੁਆਰੀ ਦਾ ਕਾਰਨ ਬਣਦੇ ਹਨ। ਮਹੱਲਾ ਪਹਿਲਾ। ਕਿਆ ਖਾਦ ਹੈ ਕਿਆ ਪੈਦ ਹੈ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਿਸੇ ਰਾਜਸੀ ਮਨੁੱਖ ਨੇ ਆ ਕੇ ਆਖਿਆ, ਇਹ ਜ਼ਿੰਦਗੀ ਬਾਰ-ਬਾਰ ਤੇ ਨਹੀਂ ਮਿਲਦੀ, ਇਸ ਲਈ ਇਹਦੇ ਵਿੱਚ ਖਾਣਾ ਪੀਣਾ ਪਹਿਨਣਾ ਚਾਹੀਦਾ ਹੈ। ਸਿਆਣੇ ਕਹਿੰਦੇ ਨੇ, ਖਾਓ ਮਨ ਪਾਉਂਦਾ, ਪਹਿਨੋ ਜਗ ਪਾਉਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਡੇ ਜੀਵਨ ਦਾ ਅਸਲੀ ਪ੍ਰਯੋਜਨ ਕੀ ਹੈ ਉਹਨੂੰ ਸਮਝੋ। ਕਿਆ ਖਾਧਾ ਕਿਆ ਪੈਦਾ ਹੋਏ। ਵੀ ਜੇ ਤੁਸੀਂ ਚੰਗਾ ਖਾ ਵੀ ਲਿਆ, ਇਹਦੇ ਨਾਲ ਕੀ ਹੋਵੇਗਾ? ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਜੇ ਕੋਈ ਲੋੜ ਤੋਂ ਵੱਧ ਖਾਵੇਗਾ, ਚਾਹੇ ਕਿੰਨੇ ਸਵਾਦੀ ਪਦਾਰਥ ਹੋਣ, ਉਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਨੇ। ਕਿਆ ਖਾਧਾ, ਖਾਣ ਦੇ ਨਾਲ ਕੀ ਹੋਵੇਗਾ? ਕੁਝ ਵੀ ਨਹੀਂ। ਕਿਆ ਪੈਦਾ ਹੋਏ, ਤੇ ਪਹਿਨਣ ਦੇ ਨਾਲ ਵੀ ਕੀ ਹੋਵੇਗਾ? ਜੇ ਬਹੁਤੇ ਚਟਕੀਲੇ ਪਟਕੀਲੇ ਕੋਈ ਵਸਤਰ ਪਾ ਵੀ ਲਵੇਗਾ, ਉਹਦੇ ਨਾਲ ਮਨ ਹੀ ਚੰਚਲ ਹੋਵੇਗਾ, ਮਨ ਹੀ ਮਲੀਨ ਹੋਵੇਗਾ, ਹੋਰ ਤੇ ਉਸ ਦਾ ਕੋਈ ਲਾਭ ਨਹੀਂ ਹੈ। ਜਾ ਮਨ ਨਾਹੀ ਸੱਚਾ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਾ ਮਨ ਨਾਹੀ ਸੱਚਾ ਸੋਏ। ਜੇ ਮਨ ਦੇ ਵਿੱਚ ਉਹ ਸੱਚਾ ਅਕਾਲ ਪੁਰਖ ਨਹੀਂ ਹੈ, ਜੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਭੈ ਤੇ ਪਾਉ ਨਹੀਂ ਹੈ, ਫਿਰ ਖਾਣ ਦੇ ਨਾਲ ਕੀ ਹੋਵੇਗਾ? ਪਹਿਨਣ ਦੇ ਨਾਲ ਕੀ ਹੋਵੇਗਾ? ਕੁਝ ਵੀ ਸਾਨੂੰ ਹਾਸਲ ਨਹੀਂ ਹੋਵੇਗਾ। ਹਾਂ, ਵਕਤੀ ਖੁਸ਼ੀ ਤਾਂ ਪ੍ਰਾਪਤ ਹੋਵੇਗੀ ਚੰਗਾ ਖਾਣ ਦੇ ਨਾਲ ਤੇ ਚੰਗਾ ਪਹਿਨਣ ਦੇ ਨਾਲ, ਪਰ ਦੂਸਰੇ ਪਾਸੇ ਅਧਿਆਤਮਕ ਲਾਭ, ਕੋਈ ਪਰਲੋਕ ਦਾ ਲਾਭ ਉਸ ਤੋਂ ਕਦੀ ਵੀ ਨਹੀਂ ਕੁਝ ਮਿਲੇਗਾ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਲੋਕ ਪਦਾਰਥ ਛਕਦੇ ਨੇ, ਕਿਹੜੇ ਕਿਹੜੇ ਪਦਾਰਥ ਖਾਂਦੇ ਨੇ, ਉਹਨਾਂ ਦਾ ਜ਼ਿਕਰ ਕਰਨ ਲੱਗੇ ਨੇ। ਕਿਆ ਮੇਵਾ, ਮੇਵਾ ਦਾ ਅਰਥ ਹੈ ਆ ਜਿਹੜੇ ਫਰੂਟ ਨੇ। ਕਈ ਫਰੂਟ ਬੜੇ ਖੁਸ਼ ਹੋ ਕੇ ਖਾਂਦੇ ਨੇ, ਕਹਿੰਦੇ ਸਿਹਤ ਲਈ ਬੜੇ ਅੱਛੇ ਹੁੰਦੇ ਨੇ। ਕਈ ਡਰਾਈ ਫਰੂਟ ਵੀ ਖਾਂਦੇ ਹਨ। ਹਜ਼ੂਰ ਕਹਿੰਦੇ ਨੇ ਕਿਆ ਮੇਵਾ, ਮੇਵਾ ਦਾ ਅਰਥ ਜਿਹੜੇ ਫਰੂਟ ਨੇ, ਇਹਨਾਂ ਨੂੰ ਵੀ ਜੇ ਕੋਈ ਮਨੁੱਖ ਖਾ ਲਵੇ ਤੇ ਕੀ ਹੋ ਜਾਵੇਗਾ? ਕੁਝ ਵੀ ਨਹੀਂ ਹੋਣ ਵਾਲਾ। ਕਿਆ ਘਿਓ ਗੁੜ ਮਿੱਠਾ, ਜੇ ਕੋਈ ਬਹੁਤਾ ਦੇਸੀ ਘਿਓ ਵੀ ਖਾ ਲੂਗਾ ਤੇ ਬਹੁਤਾ ਗੁੜ ਵੀ ਖਾ ਲੂਗਾ, ਹੋਰ ਬਹੁਤਾ ਮਿੱਠਾ ਕੋਈ ਪਦਾਰਥ ਵੀ ਛਕ ਲਵੇਗਾ, ਉਹਦੇ ਨਾਲ ਸ਼ੂਗਰ ਹੀ ਹੋਣੀ ਹੈ, ਬਿਮਾਰੀ ਲੱਗਣੀ, ਹੋਰ ਤੇ ਉਸ ਦਾ ਕੋਈ ਲਾਭ ਨਹੀਂ। ਕਿਆ ਮੈਦਾ ਕਿਆ ਮਾਸ, ਕੀ ਮੈਦਾ ਜਿਹੜਾ ਹੈ, ਕਿਉਂਕਿ ਮੈਦੇ ਦੇ ਕਈ ਪਦਾਰਥ ਬਣਦੇ ਨੇ, ਪ੍ਰਸ਼ਾਦੇ ਵੀ ਮੈਦੇ ਦੇ ਬਣਦੇ ਨੇ, ਪੂਰੀਆਂ ਵੀ, ਭਟੂਰੇ ਵੀ, ਹੋਰ ਬੜਾ ਕੁਛ ਬਣਦਾ। ਹਜ਼ੂਰ ਕਹਿੰਦੇ ਜੇ ਕੋਈ ਮੈਦਾ ਵੀ ਖਾ ਲਵੇਗਾ, ਇਸ ਤੋਂ ਬਣੇ ਹੋਏ ਪਦਾਰਥ ਖਾ ਲਵੇਗਾ, ਤਾਂ ਕੀ ਹੋਵੇਗਾ? ਕੁਝ ਵੀ ਨਹੀਂ। ਕਿਆ ਮਾਸ, ਤੇ ਜਿਹੜੇ ਕਹਿੰਦੇ ਅਸੀਂ ਤੇ ਮਾਸ ਖਾਣਾ ਹੈ, ਹਜ਼ੂਰ ਕਹਿੰਦੇ ਜੇ ਕੋਈ ਮਾਸ ਖਾ ਵੀ ਲਵੇਗਾ ਤੇ ਉਹਨੂੰ ਕੀ ਲਾਭ ਹੋਣ ਵਾਲਾ? ਕਿਸੇ ਦਾ ਮਾਸ ਖਾ ਕੇ ਉਹਨੂੰ ਕੀ ਲਾਭ ਹੋਵੇਗਾ? ਕੋਈ ਬਦ ਅਸੀਸ ਹੀ ਮਿਲ ਸਕਦੀ ਹੈ, ਕੋਈ ਬਿਮਾਰੀ ਲੱਗ ਸਕਦੀ ਹੈ।
ਇਸੇ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਆ ਕਪੜ ਕਿਆ ਸੇਜ ਸੁਖਾਲੀ, ਕੀ ਜਹ ਭੋਗ ਬਿਲਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਆ ਕਪੜ, ਵੀ ਕੀ ਕਪੜਾ ਹੈ। ਭਾਵ ਕਈਆਂ ਨੂੰ ਸ਼ੌਕ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਕੱਪੜੇ ਹੀ ਉਹ ਪਾਉਂਦੇ ਨੇ, ਤੇ ਕਈ ਵਾਰੀ ਤੇ ਬਿਨਾਂ ਲੋੜ ਤੋਂ ਵੀ ਇੰਨੇ ਕੱਪੜੇ ਅਸੀਂ ਜਮ੍ਹਾਂ ਕਰ ਲੈਨੇ ਆ ਤੇ ਜਿਹੜੇ ਪਾਏ ਵੀ ਨਹੀਂ ਜਾ ਸਕਦੇ, ਪਏ ਹੀ ਰਹਿੰਦੇ ਨੇ। ਕਿਆ ਕਪੜ, ਦੱਸੋ ਕੱਪੜਾ ਵੀ ਕਿਸੇ ਦਾ ਕੀ ਸਵਾਰ ਸਕਦਾ ਹੈ। ਕਿਆ ਸੇਜ ਸੁਖਾਲੀ, ਜਿਹੜੀ ਸੁਖ ਵਾਲੀ ਸੇਜਾ ਹੈ ਉਹ ਵੀ ਕਿਸੇ ਨੂੰ ਕੀ ਸੁਖ ਦੇ ਸਕਦੀ ਹੈ, ਨਹੀਂ ਦੇ ਸਕਦੀ। ਕੀ ਜਹ ਭੋਗ ਵਿਲਾਸ, ਗੁਰੂ ਮਹਾਰਾਜ ਕਹਿੰਦੇ ਜਿੰਨੇ ਮਰਜੀ ਪਾਈ ਭੋਗ ਵਿਲਾਸ ਵੀ ਕਰ ਲਈਏ, ਭਾਵ ਵਿਸ਼ਿਆਂ ਵਿਕਾਰਾਂ ਦੇ ਸੁਖ ਵੀ ਭੋਗ ਲਈਏ, ਇਹਦੇ ਨਾਲ ਵੀ ਕੁਛ ਵੀ ਨਹੀਂ ਪ੍ਰਾਪਤ ਹੋਵੇਗਾ। ਵਕਤੀ ਖੁਸ਼ੀ ਮਿਲਦੀ ਹੈ, ਪਰ ਸदैवी ਆਨੰਦ ਨਹੀਂ ਕਦੀ ਵੀ ਪ੍ਰਾਪਤ ਹੋ ਸਕਦਾ। ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਆ ਲਸ਼ਕਰ, ਜੇ ਬਹੁਤਾ ਲਾਓ ਲਸ਼ਕਰ ਵੀ ਜੋੜ ਲਿਆ, ਫੌਜਾਂ ਵੀ ਰੱਖ ਲਈਆਂ, ਇਹਦੇ ਨਾਲ ਵੀ ਕੀ ਹੋਵੇਗਾ, ਕੁਝ ਵੀ ਨਹੀਂ ਹੋਣ ਵਾਲਾ। ਕਿਆ ਨੇਬ ਖਵਾਸੀ, ਨੇਬ ਦਾ ਅਰਥ ਹੈ ਨਾਇਬ, ਚੌਬਦਾਰ ਵੀ ਰੱਖ ਲਏ, ਤੇ ਖਵਾਸੀ ਦਾ ਅਰਥ ਹੈ ਚੌਰ ਬਰਦਾਰ ਵੀ ਰੱਖ ਲਏ, ਇਹਨਾਂ ਦੇ ਨਾਲ ਵੀ ਕੁਛ ਵੀ ਨਹੀਂ ਪ੍ਰਾਪਤ ਹੋਣ ਵਾਲਾ। ਆਵੈ ਮਹਿਲੀ ਵਾਸ, ਤੇ ਫਿਰ ਆਪਣੇ ਮਹਿਲਾਂ ਦੇ ਵਿੱਚ ਸੁੰਦਰ ਸੈਂਟ ਅਤਰ ਫਲੇਲ ਛਿੜਕਾ ਦਿੱਤੇ ਜਾਣ ਤੇ ਬੜੀ ਸੁੰਦਰ ਵਾਸ਼ਨਾ ਆਵੇ, ਸੁਗੰਧੀ ਆਵੇ, ਇਹਦੇ ਨਾਲ ਵੀ ਕੀ ਹੋਵੇਗਾ, ਕੁਝ ਵੀ ਨਹੀਂ। ਇਹਦੇ ਨਾਲ ਮਨ ਦੇ ਵਿੱਚ ਵਿਸ਼ੇ ਵਾਸ਼ਨਾ ਹੀ ਪ੍ਰਗਟ ਹੋਵੇਗੀ। ਇਹਨਾਂ ਚੀਜ਼ਾਂ ਦੇ ਨਾਲ ਕੋਈ ਆਤਮਿਕ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਦੁਨੀਆ ਦੇ ਲੋਕੋ, ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਸਭੇ ਟੋਲ ਵਿਨਾਸ਼, ਜਿਤਨੇ ਵੀ ਟੋਲ ਪਦਾਰਥ ਨੇ ਸਾਰੇ ਦੇ ਸਾਰੇ ਵਿਨਾਸ਼ ਦਾ ਅਰਥ ਹੈ ਨਾਸ਼ ਹੋ ਜਾਣ ਵਾਲੇ ਨੇ। ਇਹਨਾਂ ਨੇ ਅੱਗੇ ਨਾਲ ਨਹੀਂ ਜਾਣਾ। ਇਹਨਾਂ ਦਾ ਵਕਤੀ ਸੁੱਖ ਦੁਨੀਆ ਭੋਗਦੀ ਹੈ, ਪਰ ਸदैवी ਸੁੱਖ ਪ੍ਰਾਪਤ ਕਰਨ ਦੇ ਲਈ ਕੋਈ ਯਤਨ ਨਹੀਂ ਕਰ ਰਿਹਾ। ਇਸ ਦੁਨੀਆ ਦੇ ਸੁੱਖ ਭੋਗਣ ਦੇ ਵਿੱਚ ਸਾਰਾ ਸੰਸਾਰ ਲੱਗਿਆ ਹੋਇਆ ਹੈ, ਪਰ ਪ੍ਰਲੋਕ ਦਾ ਸੁੱਖ ਹਾਸਲ ਕਰਨ ਦੇ ਲਈ ਕੋਈ ਯਤਨ ਨਹੀਂ ਕਰ ਰਿਹਾ। ਇਸੇ ਲਈ ਹਜ਼ੂਰ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਸਾਰੇ ਪਦਾਰਥ ਵਿਨਾਸ਼ ਦਾ ਅਰਥ ਹੈ ਨਾਸਵੰਤ ਹੁੰਦੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਹਰ ਗੁਰਸਿੱਖ ਅਰਦਾਸ ਦੇ ਵਿੱਚ ਇਹ ਸ਼ਬਦ ਰਿਪੀਟ ਕਰਦਾ ਹੈ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੈ ਸਭ ਦੁੱਖ ਜਾਏ। ਜਦੋਂ ਦਿੱਲੀ ਵਿੱਚ ਗਏ ਸਨ ਤਾਂ ਉਸ ਵੇਲੇ ਔਰੰਗਜ਼ੇਬ ਨੇ ਗੁਰੂ ਮਹਾਰਾਜ ਦੇ ਪਾਸ ਸੁਨੇਹਾ ਭੇਜਿਆ ਬਈ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦਾ ਹਾਂ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਵੇਲੇ ਤਕਰੀਬਨ 7 ਸਾਲ ਦੀ ਸੀ। ਹੁਣ 7 ਸਾਲ ਦੀ ਉਮਰ ਦੇ ਵਿੱਚ ਵੇਖ ਲਓ ਗੁਰੂ ਬਣੇ ਸਨ, ਬਲਕਿ ਗੁਰੂ ਤਾਂ 5 ਸਾਲ ਤੇ ਕੁਝ ਮਹੀਨਿਆਂ ਦੀ ਉਮਰ ਦੇ ਵਿੱਚ ਹੀ ਬਣ ਗਏ ਸੀ। ਇਹ ਤੇ ਸਤਿਗੁਰੂ ਦੀ ਮੌਜ ਹੈ ਨਾ। ਗੁਰੂ ਦਾ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ। ਗੁਰੂ ਤਾਂ ਇੱਕ ਜੋਤ ਹੈ, ਗੁਰੂ ਤੇ ਇੱਕ ਸ਼ਕਤੀ ਹੈ। ਉਹ ਤੇ ਕਿਸੇ ਵੀ ਸਰੀਰ ਵਿੱਚ ਸਮਾ ਸਕਦੀ ਹੈ ਤੇ ਜਿਹਦੇ ਵਿੱਚ ਪ੍ਰਵੇਸ਼ ਕਰ ਜਾਵੇ ਉਹ ਗੁਰੂ ਬਣ ਜਾਂਦਾ ਹੈ। ਜੋਤ ਉਹ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਜੋਤ ਤੇ ਜੁਗਤ ਦੋ ਚੀਜ਼ਾਂ ਦਾ ਸੁਮੇਲ ਹੁੰਦਾ ਹੈ ਗੁਰੂ ਵਿਅਕਤੀ ਵਿੱਚ। ਹੁਣ ਜਦੋਂ ਔਰੰਗਜ਼ੇਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੇਸ਼ਕਸ਼ ਕੀਤੀ ਬਈ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ, ਉਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇਹ ਪ੍ਰਣ ਕੀਤਾ ਹੋਇਆ ਸੀ, ਅਸੀਂ ਉਸ ਦੁਸ਼ਟ ਦੇ ਨਾ ਮੱਥੇ ਲੱਗਣਾ, ਨਾ ਉਸ ਨੂੰ ਮੱਥੇ ਲਾਉਣਾ ਹੈ। ਇੱਕ ਪਾਸੇ ਹੁਣ ਉਹ ਬਾਦਸ਼ਾਹ ਸੀ ਹਿੰਦੁਸਤਾਨ ਦਾ, ਹੁਣ ਦੂਜੇ ਪਾਸੇ ਗੁਰੂ ਮਹਾਰਾਜ ਦੀ ਐਸੀ ਕਰੜੀ ਪ੍ਰਤਿਗਿਆ, ਉਸਨੇ ਬੜੇ ਯਤਨ ਕੀਤੇ ਪਰ ਉਹ ਕਾਮਯਾਬ ਨਾ ਹੋ ਸਕਿਆ। ਤੇ ਫਿਰ ਉਹਨੇ ਸੋਚਿਆ ਵੀ ਹੁਣ ਮੈਂ ਕੀ ਕਰਾਂ। ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਰਾਜਾ ਜੈ ਸਿੰਘ ਸਵਾਈ ਨੂੰ ਭੇਜਿਆ ਤੇ ਨਾਲ ਹੋਰ ਅਹਿਲਕਾਰ ਭੇਜੇ
ਕਹਿੰਦਾ ਜਾਓ ਜਾ ਕੇ ਸਤਿਗੁਰੂ ਨੂੰ ਮੇਰੇ ਵੱਲੋਂ ਬੇਨਤੀ ਕਰੋ, ਚਲੋ ਜੇ ਮੈਨੂੰ ਦਰਸ਼ਨ ਨਹੀਂ ਦੇ ਸਕਦੇ ਤੇ ਕੋਈ ਨਾ ਕੋਈ ਉਪਦੇਸ਼ ਤਾਂ ਮੈਨੂੰ ਦੇਣ। ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ ਲਿਖ ਕੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਔਰੰਗਜ਼ੇਬ ਨੂੰ ਭੇਜਿਆ ਸੀ। ਕਹਿੰਦੇ ਜਾਓ ਜਾ ਕੇ ਔਰੰਗਜ਼ੇਬ ਨੂੰ ਇਹ ਸ਼ਲੋਕ, ਇਹ ਸ਼ਬਦ ਦੇ ਦਿਓ ਔਰ ਉਸ ਨੂੰ ਆਖੋ ਇਹਨੂੰ ਪੜ੍ਹੇ, ਇਹਦੇ ਉੱਤੇ ਅਮਲ ਕਰੇ। ਕਿਉਂਕਿ ਰਾਜੇ ਲੋਕ ਐਸ਼ੋ ਇਸ਼ਰਤ ਵਿੱਚ ਪਏ ਹੁੰਦੇ ਨੇ। ਕਿਆ ਖਾਧਾ ਕਿਆ ਪੈਦਾ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਤੇ ਗੁਰੂ ਮਹਾਰਾਜ ਨੇ ਆਖਿਆ ਜਾਓ ਜਾ ਕੇ ਉਸ ਨੂੰ ਕਹਿ ਦਿਓ ਵੀ ਜੇ ਗੁਰੂ ਉਪਦੇਸ਼ ਤੇ ਅਮਲ ਕਰ ਲਵੇ ਉਹਦਾ ਵੀ ਭਲਾ ਹੋ ਸਕਦਾ ਹੈ, ਤੇ ਵਰਨਾ ਉਸ ਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਪੈਣਾ ਪਵੇਗਾ। ਇਸ ਲਈ ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਭੇਜਿਆ ਸੀ। ਇੱਕ ਇਤਿਹਾਸਕ ਘਟਨਾ ਦਾ ਵੀ ਇਸ ਸ਼ਲੋਕ ਦੇ ਨਾਲ ਸੰਬੰਧ ਜੁੜਿਆ ਹੋਇਆ ਹੈ। ਇਸ ਲਈ ਬੇਨਤੀ ਕੀਤੀ ਹੈ ਜਿਹਦੇ ਵਿੱਚ ਗੁਰੂ ਮਹਾਰਾਜ ਨੇ ਜਿੰਨੇ ਵੀ ਕੋਈ ਰਾਜਸੀ ਭੋਗ ਨੇ, ਰਾਜਸੀ ਸੁਖ ਨੇ, ਉਹਨਾਂ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਿੰਦਿਆ ਹੈ, ਦੁਰਕਾਰਿਆ ਹੈ, ਫਟਕਾਰਿਆ ਹੈ। ਇੱਕ ਨਾਮ ਦੀ ਮਹਿਮਾ ਲਿਖੀ ਹੈ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼, ਨਾਮ ਤੋਂ ਬਿਨਾ ਸਾਰੇ ਹੀ ਪਦਾਰਥ ਵਿਨਾਸ਼ ਨਾਸਵੰਤ ਹਨ। ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ। ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਹੋਰ ਬੜੀ ਉੱਤਮ ਸਿੱਖਿਆ ਦਿੰਦੇ ਹਨ। ਬਹੁਤ ਸਾਰੇ ਲੋਕ ਜਾਤੀਵਾਦ ਦੇ ਹੰਕਾਰ ਦੇ ਵਿੱਚ ਹੀ ਫਸੇ ਰਹਿੰਦੇ ਨੇ। ਜਿਹੜੇ ਉੱਚੀ ਜਾਤੀ ਦੇ ਲੋਕ ਨੇ ਆਪਣੇ ਆਪ ਨੂੰ ਸਵਰਨ ਜਾਤੀ ਦੇ ਸਮਝਦੇ ਨੇ ਵੀ ਅਸੀਂ ਬੜੇ ਉੱਚੇ ਹਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਲੋਕਾਂ ਨੂੰ ਸਮਝਾਇਆ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਇਹ ਦੁਨੀਆ ਦੇ ਲੋਕੋ, ਮਨੁੱਖ ਜਿਹੋ ਜਿਹੇ ਕੰਮ ਕਰੇਗਾ ਉਹਦੇ ਨਾਲ ਹੀ ਉਹਦੀ ਉੱਚੀ ਨੀਵੀਂ ਜਾਤ ਬਣਦੀ ਹੈ। ਜੇ ਆਪਾਂ ਵਿਚਾਰ ਕੇ ਦੇਖੀਏ, ਅਸਲੀ ਜਾਤ ਦਾ ਸੰਬੰਧ ਕਰਮ ਦੇ ਨਾਲ ਹੀ ਸੀ ਤੇ ਹੁਣ ਵੀ ਕਰਮ ਦੇ ਨਾਲ ਹੀ ਹੈ। ਪਰ ਕੁਝ ਲੋਕਾਂ ਨੇ, ਖਾਸ ਕਰਕੇ ਬ੍ਰਾਹਮਣ ਲੋਕਾਂ ਨੇ, ਇਸ ਨੂੰ ਜਨਮ ਦੇ ਨਾਲ ਜੋੜ ਦਿੱਤਾ ਵੀ ਜਾਤ ਦਾ ਸੰਬੰਧ ਜਨਮ ਦੇ ਨਾਲ ਹੈ। ਪਰ ਸਤਿਗੁਰੂ ਨੇ ਆਖਿਆ ਨਹੀਂ, ਜਾਤ ਦਾ ਸੰਬੰਧ ਜਨਮ ਨਾਲ ਨਹੀਂ, ਕਰਮ ਦੇ ਨਾਲ ਹੈ। ਜਿਹੜਾ ਸੋਨੇ ਦਾ ਕੰਮ ਕਰੇ ਉਹਨੂੰ ਸੁਨਿਆਰ ਕਹਿ ਦਿੰਦੇ ਨੇ, ਜੇ ਕੋਈ ਲੋਹੇ ਦਾ ਕੰਮ ਕਰੇ ਉਹਨੂੰ ਲੋਹਾਰ ਕਹਿ ਦਿੰਦੇ ਨੇ, ਜੇ ਕੋਈ ਮਿੱਟੀ ਦਾ ਕੰਮ ਕਰੇ ਉਹਨੂੰ ਘੁਮਿਆਰ ਕਹਿ ਦਿੰਦੇ ਨੇ, ਜੇ ਕੋਈ ਚਮੜੇ ਦਾ ਕੰਮ ਕਰੇ ਉਹਨੂੰ ਚਮਿਆਰ ਕਹਿ ਦਿੰਦੇ ਨੇ। ਕੰਮ ਦੇ ਨਾਲ ਜਾਤੀ ਦਾ ਸੰਬੰਧ ਸੀ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਲੋਕ ਜਾਤੀ ਹੰਕਾਰ ਦੇ ਵਿੱਚ ਫਸੇ ਨੇ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ, ਜਾਤੀ ਦੈ ਕਿਆ ਹੱਥ। ਵੀ ਕਹਿੰਦੇ ਜਾਤ ਦੇ ਹੱਥ ਵਸ ਕੀ ਹੈ। ਜੇ ਉੱਚੀ ਬਰਾਦਰੀ ਵੀ ਕਿਸੇ ਦੀ ਹੈ, ਜੇ ਕਿਸੇ ਦੀ ਜਾਤ ਵੀ ਉੱਚੀ ਹੈ, ਕਹਿਣ ਦੇ ਨਾਲ ਕੋਈ ਕਿਸੇ ਦੀ ਜਾਤ ਉੱਚੀ ਨਹੀਂ ਬਣ ਜਾਂਦੀ। ਮਨੁੱਖ ਦੇ ਕਰਮਾਂ ਤੋਂ ਹੀ ਉਸ ਦੀ ਜਾਤ ਦਾ, ਉਸ ਦੇ ਅਸਲੇ ਦਾ ਪਤਾ ਲੱਗਦਾ ਹੈ। ਇਸ ਲਈ ਕੰਮ ਚੰਗੇ ਕਰਨੇ ਚਾਹੀਦੇ ਨੇ। ਜਾਤੀ ਦੈ ਕਿਆ ਹੱਥ, ਵੀ ਜਾਤੀ ਦੇ ਹੱਥ ਵਸ ਕੀ ਹੈ, ਕੁਝ ਵੀ ਨਹੀਂ। ਸੱਚ ਪਰਖੀ ਹੈ। ਜਦੋਂ ਅੱਗੇ ਜੀਵ ਪਰਲੋਕ ਦੇ ਵਿੱਚ ਜਾਂਦਾ ਹੈ, ਉੱਥੇ ਤਾਂ ਸੱਚ ਦੀ ਪਰਖ ਹੁੰਦੀ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਨ ਵਾਕੜੇ ਜਜਮਾਲਿਆ। ਸਤਿਗੁਰੂ ਨੇ ਇਹ ਵੀ ਬਚਨ ਲਿਖੇ ਨੇ, ਉੱਥੇ ਜਾਤ ਨਾ ਜ਼ੋਰ ਹੈ। ਅੱਗੇ ਪ੍ਰਲੋਕ ਦੇ ਵਿੱਚ ਕਿਸੇ ਦਾ ਜਾਤੀ ਦਾ ਜ਼ੋਰ ਨਹੀਂ। ਜੇ ਕੋਈ ਆਖੇ ਮੇਰੀ ਜਾਤ ਬੜੀ ਅੱਛੀ ਹੈ, ਮੇਰਾ ਖਾਨਦਾਨ ਬੜਾ ਚੰਗਾ ਹੈ, ਮੇਰੀ ਬਰਾਦਰੀ ਬਹੁਤ ਉੱਚੀ ਹੈ, ਅੱਗੇ ਜਾ ਕੇ ਬਰਾਦਰੀ ਦਾ ਕੋਈ ਜ਼ੋਰ ਨਹੀਂ ਸਮਝਿਆ ਜਾਂਦਾ। ਇਸ ਜਾਤੀ ਦੇ ਹੱਥ ਵਿੱਚ ਕੀ ਤਾਕਤ ਹੈ, ਕੁਝ ਵੀ ਨਹੀਂ। ਅੱਗੇ ਜਾ ਕੇ ਤਾਂ ਸੱਚ ਦੀ ਪਰਖ ਹੋਣੀ ਹੈ। ਮੋਹਰਾ ਹੋਵੇ ਹੱਥ ਮਰੀਐ ਚੱਖੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਾਤੀ ਦਾ ਹੰਕਾਰ ਹੈ ਤੇ ਮੋਹਰਾ ਮਿੱਠਾ ਤੇਲੀਆ ਹੈ। ਮੋਹਰਾ ਮਿੱਠੇ ਤੇਲੀਏ ਨੂੰ ਕਹਿੰਦੇ ਨੇ। ਮਿੱਠਾ ਤੇਲੀਆ ਇੱਕ ਜ਼ਹਿਰ ਹੈ। ਹਜ਼ੂਰ ਕਹਿੰਦੇ ਨੇ ਮੋਹਰਾ ਹੋਵੇ ਹੱਥ, ਜਿਹਦੇ ਹੱਥ ਵਿੱਚ ਮੋਹਰਾ ਦਾ ਅਰਥ ਹੈ ਉਹ ਮਿੱਠਾ ਤੇਲੀਆ ਜ਼ਹਿਰ ਹੋਵੇਗੀ। ਮਰੀਆ ਚਖੀਆ, ਜੇ ਉਸ ਨੂੰ ਕੋਈ ਖਾਵੇਗਾ ਤੇ ਉਸਨੇ ਮਰਨਾ ਹੀ ਹੈ। ਇਸੇ ਤਰ੍ਹਾਂ ਜਿਹੜੇ ਜਾਤ ਅਭਿਮਾਨੀ ਲੋਕ ਨੇ ਔਰ ਉਹ ਇੱਕ ਮਿੱਠਾ ਤੇਲੀਆ ਆਪਣੇ ਹੱਥ ਵਿੱਚ ਰੱਖ ਕੇ ਔਰ ਉਹ ਹੰਕਾਰ ਕਰਕੇ ਜਾਤ ਦਾ ਇਸ ਢੰਗ ਦੇ ਨਾਲ ਉਹ ਮਰਦੇ ਨੇ ਤੇ ਦੂਸਰਿਆਂ ਨੂੰ ਵੀ ਬਰਬਾਦ ਕਰਦੇ ਨੇ।
ਕਿਉਂਕਿ ਬਹੁਤ ਸਾਰੇ ਦੁਨੀਆ ਦੇ ਵਿੱਚ ਦੰਗੇ ਫਸਾਦ ਹੁੰਦੇ ਨੇ ਤੇ ਕਈ ਵਾਰੀ ਜਾਤੀਵਾਦ ਦੇ ਆਧਾਰ ਤੇ ਹੀ ਹੁੰਦੇ ਨੇ। ਉੱਚੀਆਂ ਜਾਤਾਂ ਦੇ ਲੋਕ ਨੀਵਿਆਂ ਨੂੰ ਮਾਰਦੇ ਨੇ। ਖਾਸ ਕਰਕੇ ਹਿੰਦੁਸਤਾਨ ਦੇ ਬਿਹਾਰ ਪ੍ਰਾਂਤ ਦੇ ਵਿੱਚ ਇਸ ਤਰ੍ਹਾਂ ਦਾ ਜਾਤ ਪਾਤ ਦਾ ਖੂਨ ਖਰਾਬਾ ਬਹੁਤ ਹੁੰਦਾ ਰਹਿੰਦਾ। ਹਜ਼ੂਰ ਕਹਿੰਦੇ ਇਹ ਜਿਹੜਾ ਜਾਤੀਵਾਦ ਦਾ ਹੰਕਾਰ ਹੈ ਇਹ ਤੇ ਜ਼ਹਿਰ ਹੈ, ਜਿਹੜਾ ਇਸ ਨੂੰ ਚੱਖਦਾ ਹੈ ਉਹ ਮਰਦਾ ਹੈ। ਸੱਚੇ ਕੀ ਸਿਰਕਾਰ ਜੁਗ ਜੁਗ ਜਾਣੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਰਕਾਰ ਹੈ, ਉਹਦੀ ਵਜ਼ਾਰਤ ਹੈ, ਉਹਦੀ ਬਾਦਸ਼ਾਹਤ ਹੈ, ਜੁਗਾਂ ਜੁਗਾਂ ਤੋਂ ਜਾਣੀ ਜਾਂਦੀ ਹੈ। ਭਾਵ ਸਾਰੇ ਜੁਗਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਰਕਾਰ ਹੈ। ਹੁਕਮ ਮੰਨੇ ਸਿਰਦਾਰ ਦਰਦੀ ਬਾਣੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਸਰਕਾਰ ਦਾ ਹੁਕਮ ਮੰਨੇ, ਸਰਕਾਰ ਅਕਾਲ ਪੁਰਖ ਦੀ ਹੈ ਤੇ ਜਿਹੜਾ ਸਰਕਾਰ ਦਾ ਹੁਕਮ ਮੰਨੇ ਉਹੀ ਸਰਦਾਰ ਹੈ।